परम सत्कारयोग सतगुरां दी साजी निवाजी गुरु रूप प्यारी गुरु सवारी साध संगत जी, परमात्मा दी बख्शिश दे नाल मेहर दे नाल नितनेम कर्म अनुसार अमृत वेले परमात्मा दे घर दी हाजरी भरदे हाँ। परमात्मा दे हाजरी घर दी भर के सतगुरु महाराजियां दे हुक्म नूं मनण दे यतन करदे हाँ, जिन्ना को श्रेष्ठ मनुख नूं परमात्मा ने बनाया है। तो इस वास्ते अकाल पुरख महाराज जी खुद आप इस श्रेष्ठ बंदे दे नाल गल्लां बातां करते ने। जिस तरह असी अपने तो वड्डे दे नाल गलबात करते हाँ ते बड़े अदब सत्कार दे नाल बैठ के करते हैं। परमात्मा जद भी किरपा करते ने ते अदब सत्कार दे नाल अपने चरनां दे विच बिठा के गुरु साहिब जी महाराज हर एक शरीर दे नाल सुख दुख करते ने। तेरा जीवन लंघ किमें रहा, किमें सौखा लंघेगा, स्वर्ग की है नरक की है, आनंदमई जीवन केड़ा है, तू जिउना किस ढंग दे नाल है, मरना किस ढंग दे नाल है, बड़ा कुछ सतगुरु महाराज जी बख्शदे ने। क्योंकि संसार दे विच मनुख नूं बिना गुरु तो ते संसार दे विच रहना तक भी नहीं आउंदा। संसार दे विच रहना किवें है? बहुतियां जिंदगियां हैगियां ने ऐसियां जिहड़ियां जिंदगियां तकरीबन हमेशा पत्थरां दे विच रहिंदियां ने। पत्थरां दे विच रहना, पत्थरां दी पूजा करनी, पत्थरां नूं मत्थे टेकने, इहो जिहियां जिंदगियां तकरीबन पत्थर ही बन जांदियां ने। पत्थर दिल उन्हां दे बन जाते हैं। जिहड़ी जिंदगी परमात्मा दे हुक्म नूं मन के जिहड़ी बतीत हो रही है ना, उन्हों अपनी जिंदगी का रस ही वखरा मिलता है। उन्हों भावें कोई बंद बंद कट्टे, भावें कोई आरियां नाल चीरे, बड़ी आनंदमई जिंदगी बतीत होंदी है। ते मनुख नूं ये गल समझाउण वास्ते अकाल पुरख महाराजियां दे जिहड़े बचन ने, वो सारे दे सारे अकाल पुरख दे बोल साडे कोल मौजूद ने। ते इन्हां परमात्मा दे बचनां ते जिहड़े गुरमुख प्यारे फुੱਲ चढ़ाउंदे ने, उन्हां दा जीवन हमेशा ही आनंद दे विच रहिंदा है। संसार ने ते उन्हां नूं दुखी करन दा बड़ा यतन कीता है, पर वो किसे तो भी दुखी नहीं होए। ते जिहड़े मनुख हमेशा पत्थरां दी पूजा करदे करदे पत्थर दिल बन गए ने, ये कदे सुखी होए नहीं, दुखी रहिंदे ने।
ਗੁਰਬਾਣੀ ਤੇ ਐਲਾਨੀਆਂ ਕਹਿੰਦੀ ਹੈ। ਜੇ ਆਪਣੇ ਅਕਾਲ ਪੁਰਖ ਮਹਾਰਾਜ ਦੇ ਬੋਲ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਕਰੇਗਾ ਨਾ ਜਾ ਕੇ, ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੇਰੀ ਜ਼ਿੰਦਗੀ ਦਾ ਭਲਾ ਨਹੀਂ ਹੋਣਾ, ਨਹੀਂ ਹੋਵੇਗਾ। ਸਾਰੀ ਤੇਰੀ ਜ਼ਿੰਦਗੀ ਦੁਬਿਧਾ ਦੇ ਵਿੱਚ ਨਿਕਲ ਜਾਣੀ ਹੈ। ਇਹ ਸਾਰੀ ਜ਼ਿੰਦਗੀ ਦੁਬਿਧਾ ਬਣੀ ਰਹੂਗੀ। ਤੇ ਜਿਵੇਂ ਜਿਵੇਂ ਤੂੰ ਅਕਾਲ ਪੁਰਖ ਮਹਾਰਾਜ ਜੀਆਂ ਦੀ ਗੁਰਬਾਣੀ ਨੂੰ ਸਮਝਣ ਦੇ ਯਤਨ ਕਰੇਗਾ, ਉਵੇਂ ਉਵੇਂ ਤੇਰੀ ਜ਼ਿੰਦਗੀ ਦੇ ਵਿੱਚੋਂ ਦੁਬਿਧਾ ਨਿਕਲਦੀ ਤੁਰੀ ਜਾਣੀ ਹੈ, ਨਿਕਲਦੀ ਤੁਰੀ ਜਾਣੀ ਹੈ। ਪਰ ਇਹ ਦੁਬਿਧਾ ਦੀ ਜਿਹੜੀ ਪਰਤ ਹੈ, ਮੈਲ ਹੈ ਜਿਹੜੀ, ਇਹ ਲੰਮੇ ਟਾਈਮ ਤੋਂ ਲੈ ਕੇ ਮਨੁੱਖ ਦੇ ਅੰਦਰ ਚੜ੍ਹੀ ਹੋਈ ਹੈ। ਤੇ ਮੈਲ ਉਤਾਰਨ ਵਾਸਤੇ ਫਿਰ ਇਹ ਪਰਮਾਤਮਾ ਦੇ ਦਰ 'ਤੇ ਪਹੁੰਚਦਾ ਹੈ। ਪਰਮਾਤਮਾ ਦੇ ਦਰ 'ਤੇ ਗੁਰੂ ਸਾਹਿਬ ਜੀ ਮਹਾਰਾਜ ਪਹਿਲਾਂ ਇਸ ਦੇ ਅੰਦਰ ਦੀ ਦੁਬਿਧਾ ਜਿੰਨੀ ਮੈਲ ਲੱਗੀ ਹੋਈ ਹੈ, ਉਹਨੂੰ ਉਤਾਰਨ ਦੇ ਵਚਨ ਦੱਸਦੇ ਨੇ। ਉਹਨੂੰ ਉਤਾਰਨਾ ਕਿਵੇਂ ਹੈ? ਪਰਤ ਦਰ ਪਰਤ। ਕਿਉਂਕਿ ਜਦੋਂ ਮਨੁੱਖ ਮਨੁੱਖਤਾ ਵਾਲੇ ਜੀਵਨ ਦੇ ਵਿੱਚ ਆਉਂਦਾ ਹੈ, ਇਹਨੂੰ ਉਦੋਂ ਪਤਾ ਲੱਗਦਾ ਕਿ ਇਹ ਜ਼ਿੰਦਗੀ ਕਿੰਨੀ ਰਸ ਭਰੀ ਹੈ। ਉਸ ਤੋਂ ਪਹਿਲੇ ਨਹੀਂ ਪਤਾ ਲੱਗਦਾ। ਭਾਵੇਂ ਇਹਨੇ ਸਾਰਾ ਕੁਝ ਸਵਾਰ ਲਿਆ, ਧਰਤੀ ਸਵਾਰ ਲਈ ਹੈ, ਆਕਾਸ਼ ਦੇ ਵਿੱਚੋਂ ਕਦ ਮੀਂਹ ਪੈਣਾ ਇਹਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ, ਬਨਸਪਤੀ ਸਵਾਰ ਲਈ ਹੈ, ਬੜੇ ਸੁਚੱਜੇ ਢੰਗ ਦੇ ਨਾਲ ਸਾਰਾ ਕੁਝ ਇਹਨੇ ਸਵਾਰ ਲਿਆ। ਆਪਣੇ ਘਰ ਮਕਾਨ ਬੜੇ ਸਵਾਰ ਲਏ ਨੇ, ਕਰੋੜਾਂ ਤਰ੍ਹਾਂ ਦੇ ਸਰੀਰ 'ਤੇ ਬਸਤਰ ਪਾਉਂਦਾ ਹੈ, ਬੜੇ ਸਵਾਰੇ ਹੋਏ ਨੇ। ਸਰੀਰ ਨੂੰ ਹਾਰ ਸ਼ਿੰਗਾਰ ਲਗਾਉਂਦਾ ਹੈ, ਸਰੀਰ ਬੜਾ ਸ਼ਿੰਗਾਰਿਆ ਹੋਇਆ ਹੈ, ਬੜਾ ਸ਼ਿੰਗਾਰਿਆ ਹੋਇਆ। ਸਤਿਗੁਰੂ ਮਹਾਰਾਜ ਜੀ ਮਨੁੱਖ ਦੇ ਨਾਲ ਜਦ ਵੀ ਬਚਨ ਕਰਦੇ ਨੇ ਤੇ ਇਹ ਬਚਨ ਕਰਦੇ ਨੇ ਕਿ ਤੂੰ ਆਪਣੇ ਆਪ ਨੂੰ ਸਵਾਰਨ ਦੇ ਯਤਨ ਕਰ। ਘਰ ਮਕਾਨ ਸਵਾਰ ਲੈਣਾ, ਧਰਤੀ ਸਵਾਰ ਲੈਣੀ, ਆਕਾਸ਼ ਸਵਾਰ ਲੈਣਾ, ਹੋਰ ਬੜਾ ਕੁਝ ਸਵਾਰ ਲੈਣਾ, ਇਹ ਆਪਣੇ ਆਪ ਨੂੰ ਸਵਾਰਨ ਦੇ ਯਤਨ ਨਹੀਂ ਹੈ। ਇਹ ਤਾਂ ਜਿੰਨੀ ਮਨੁੱਖ ਇਹਨਾਂ ਦੇ ਵਿੱਚ ਗਲਤਾਨ ਹੁੰਦਾ ਤੁਰਿਆ ਜਾਵੇਗਾ, ਜ਼ਿੰਦਗੀ ਬਰਬਾਦ ਕਰਦੇ ਤੁਰੇ ਜਾਣਗੇ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਤੂੰ ਆਪਣੇ ਆਪ ਨੂੰ ਸਵਾਰਨ ਦੇ ਯਤਨ ਕਰ, ਬਾਕੀ ਗੱਲ ਛੱਡ ਦੇ। ਇੱਥੇ ਹੀ ਆ ਕੇ ਗੁਰਬਾਣੀ ਦਾ ਅਤੇ ਆਮ ਮਨੁੱਖ ਜਿਹੜੇ ਨੇ ਇਹ ਬਹੁਤਾ ਗੁਰਬਾਣੀ ਦੇ ਕੋਲ ਨਹੀਂ ਬੈਠਦੇ, ਕਿਉਂਕਿ ਬਾਹਰੋਂ ਕੀ ਸਵਾਰਨਾ ਹੈ, ਧਨ ਕਿੰਨਾ ਕਮਾਉਣਾ ਹੈ, ਕਿਹਨੂੰ ਖਵਾਉਣਾ ਹੈ, ਕੀ ਕੁਛ ਕਰਨਾ, ਇਹ ਸੰਸਾਰ ਦੀ ਮਰਜ਼ਾਦਾ। ਸਤਿਗੁਰਾਂ ਦੀ ਮਰਜ਼ਾਦਾ ਹੈ ਕਿ ਪਹਿਲਾਂ ਇਸ ਨੂੰ ਦੱਸਣਾ ਕਿ ਕਿੰਨੇ ਪ੍ਰਕਾਰ ਦੀ ਤੇਰੇ ਅੰਦਰ ਮੈਲ ਛੁਪੀ ਹੋਈ ਹੈ, ਦੁਬਿਧਾ ਦੇ ਵਿੱਚ ਹੈ, ਇਹ ਦੁਬਿਧਾ ਕੱਢ, ਤੇਰਾ ਜੀਵਨ ਸਵਾਰਿਆ ਜਾਣਾ। ਕਿਉਂਕਿ ਜਦੋਂ ਤੂੰ ਸਾਰੀਆਂ ਜੋਨੀਆਂ ਦੇ ਵਿੱਚੋਂ ਸ੍ਰੇਸ਼ਟ ਜੀਵਨ ਲਈ ਬੈਠਾ ਤੇ ਕੰਮ ਵੀ ਤਾਂ ਸ੍ਰੇਸ਼ਟ ਕਰ। ਜਿੰਨਾ ਕੁ ਤੂੰ ਉੱਚਾ ਬੈਠਾ ਹੈ, ਕੰਮ ਵੀ ਤੇਰੇ ਓਨੇ ਹੀ ਉੱਚੇ ਤੇ ਸੁੱਚੇ ਹੋਵਣ। ਕਰਮ ਤੋਂ ਜਿਹੜੇ ਕਰ ਰਿਹਾ ਇਹ ਕਰਮ ਉੱਚੇ ਕਰ, ਸੁੱਚੇ ਕਰ। ਬਾਕੀ ਜੋਨੀਆਂ ਨੂੰ ਇੱਕ ਪਾਸੇ ਕਰ ਦੇ। ਜੇ ਆਪਣੀ ਜ਼ਿੰਦਗੀ ਦਾ ਪੂਰਨ ਦੇ ਰੂਪ ਦੇ ਵਿੱਚ ਤੂੰ ਰਸ ਮੰਨਣਾ ਚਾਹੁੰਦਾ ਹੈ, ਇਹ ਜ਼ਿੰਦਗੀ ਕਿੰਨੇ ਰਸਾਂ ਦੇ ਨਾਲ ਭਰੀ ਹੈ,
ਇਹ ਤੇ ਉਸੇ ਦਿਨ ਹੀ ਪਤਾ ਲੱਗੇਗਾ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੂੰ ਦੁਨੀਆ ਜਿੱਤਣ ਦੀ ਗੱਲ ਕਰਦਾ ਪਿਆ, ਇਹ ਗੱਲ ਭੁੱਲ ਜਾ। ਅੰਮ੍ਰਿਤ ਵੇਲੇ ਗੁਰੂ ਨਾਨਕ ਤੇ ਨਿਤ ਆਵਾਜ਼ ਮਾਰਦੇ ਨੇ, ਨਿਤ ਆਵਾਜ਼ ਮਾਰਦੇ ਨੇ, ਮਨ ਜੀਤੈ ਜਗ ਜੀਤ। ਗੁਰਮੁਖਾ, ਜੇ ਤੂੰ ਕੁਛ ਪਾਉਣਾ ਚਾਹੁੰਦਾ ਹੈ, ਕੁਛ ਜਿੱਤਣਾ ਪਾਉਣਾ ਹੈ, ਜਿੱਤ ਹਾਸਲ ਕਰਨੀ ਚਾਹੁੰਦਾ ਹੈ, ਤੇ ਆਪਣੇ ਮਨ ਨੂੰ ਜਿੱਤ। ਕਿਉਂਕਿ ਮਨ ਹੀ ਭਗਵਾਨ ਦਾ ਰੂਪ ਵੀ ਬਣ ਜਾਂਦਾ ਹੈ ਤੇ ਮਨ ਸ਼ੈਤਾਨ ਵੀ ਬਣਾ ਦਿੰਦਾ ਹੈ ਬੰਦੇ ਨੂੰ। ਤੋ ਇਸ ਤੋਂ ਭਾਵ ਹੈ ਕਿ ਮਨੁੱਖ ਦੇ ਅੰਦਰ ਸਾਰਾ ਕੁਛ ਹੀ ਪਰਮਾਤਮਾ ਨੇ ਪਾਇਆ ਹੋਇਆ ਹੈ। ਅਗਰਵਾਈਜ਼ ਜੇ ਇਹ ਮਨ ਪਰਮਾਤਮਾ ਦਾ ਰੂਪ ਨਹੀਂ ਹੋਣਾ ਚਾਹੁੰਦਾ ਤੇ ਇਹ ਤੇ ਗੱਲ ਪੱਕੀ ਹੈ ਕਿ ਸ਼ੈਤਾਨ ਤਾਂ ਫਿਰ ਬਣੇਗਾ, ਸ਼ੈਤਾਨੀਅਤ ਤੇ ਫਿਰ ਅੰਦਰੋਂ ਜਾਗੇਗੀ। ਉਹ ਕਿੱਥੋਂ ਪੈਦਾ ਹੋ ਜਾਂਦੀ ਹੈ? ਜਿਹੜੀ ਜਨਮਾਂ ਜਨਮਾਤਰਾਂ ਦੀ ਮਨ ਨੂੰ ਮੈਲ ਲੱਗੀ ਹੁੰਦੀ ਹੈ, ਉਹ ਮੈਲ ਦੇ ਵਿੱਚੋਂ ਸ਼ੈਤਾਨੀਅਤ ਪੈਦਾ ਹੋ ਜਾਂਦੀ ਹੈ, ਬਾਹਰੋਂ ਨਹੀਂ ਮਿਲਦੀ। ਮਾਫ਼ ਕਰਨਾ, ਬਾਹਰੋਂ ਨਹੀਂ ਕਦੇ ਮਿਲਦੀ। ਕੋਈ ਮਨੁੱਖ ਭਗਵਾਨ ਦਾ ਰੂਪ ਹੋ ਗਿਆ ਹੈ, ਅੰਦਰੋਂ ਹੋਇਆ ਹੈ, ਬਾਹਰੋਂ ਨਹੀਂ। ਕੋਈ ਮਨੁੱਖ ਸਰੀਰ ਮਨੁੱਖ ਦਾ ਹੈ, ਨਿਰਾ ਸ਼ੈਤਾਨ ਬਣ ਗਿਆ ਹੈ। ਇਹ ਕਿੱਥੋਂ ਪ੍ਰਗਟ ਹੋਇਆ? ਮਨੁੱਖ ਦੇ ਅੰਦਰੋਂ। ਇਹ ਜਨਮ ਦਿੰਦੀ ਹੈ ਮੈਲ। ਸ਼ੈਤਾਨ, ਸ਼ੈਤਾਨ ਕਿਹਨੂੰ ਕਹਿੰਦੇ ਨੇ? ਜਿਹੜਾ ਮਨੁੱਖਾਂ ਵਾਲੇ ਕੰਮ ਨਾ ਕਰੇ ਤੇ ਇਹੋ ਜਿਹੇ ਕਰਮ ਕਰਦਾ ਰਵੇ ਜਿਹੜੇ ਮਨੁੱਖ ਨੇ ਨਹੀਂ ਕਰਨੇ, ਉਹਨੂੰ ਸ਼ੈਤਾਨ ਕਹਿੰਦੇ ਨੇ। ਇਤਿਹਾਸ ਦੇ ਤੱਥ ਤੇ ਇਹੋ ਹੀ ਕਹਿੰਦੇ ਨੇ। ਵੈਸੇ ਤਾਂ ਸਮਾਜ ਦੇ ਵਿੱਚ ਜਿਹੜਾ ਕੋਈ ਮਨੁੱਖ ਜ਼ਿਆਦਾ ਲੜਾਈਆਂ ਕਰਦਾ ਹੈ, ਕਿਸੇ ਦੀ ਗੱਲ ਨਹੀਂ ਮੰਨਦਾ, ਉਹਨੂੰ ਕਹਿੰਦੇ ਤੂੰ ਤੇ ਸ਼ੈਤਾਨ ਵਰਗਾ ਹੈ, ਸ਼ੈਤਾਨ ਵਰਗਾ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਅਗਰਵਾਈਜ਼ ਜੇ ਇਹ ਗੁਰਮੁਖ ਪਿਆਰਿਆ ਰੱਬ ਦੇ ਨਾਲ 4 ਘੜੀਆਂ ਬੈਠ ਕੇ ਤੂੰ ਗੱਲਾਂ ਬਾਤਾਂ ਕਰਕੇ ਆਪਣੇ ਅੰਦਰ ਦੀ ਮੈਲ ਨਾ ਉਤਾਰ ਸਕਿਆ ਤੇ ਸੱਚ ਜਾਣੀ ਕਿ ਸ਼ੈਤਾਨ ਦਾ ਰੂਪ ਇੱਕ ਦਿਨ ਤੂੰ ਵੀ ਬਣ ਜਾਏਗਾ। ਜੇ ਭਗਵਾਨ ਨਹੀਂ ਬਣਿਆ ਤਾਂ ਸ਼ੈਤਾਨ ਤੇ ਫਿਰ ਹੈਗਾ ਹੀ ਹੈ। ਸ਼ੈਤਾਨੀਅਤ ਕਿੱਥੋਂ ਪੈਦਾ ਹੁੰਦੀ ਹੈ? ਜਿਹੜੀ ਜਨਮਾਂ ਜਨਮਾਤਰਾਂ ਦੀ ਮੈਲ ਲੱਗੀ ਹੁੰਦੀ ਹੈ। ਅਸੀਂ ਤੇ ਕਰੋੜਾਂ ਜਨਮ ਗੁਰੂ ਦੇ ਲੇਖੇ ਲਾਈਏ, ਜਿਹੜਾ ਗੁਰੂ ਸ਼ੈਤਾਨ ਜਿੱਥੋਂ ਪੈਦਾ ਹੁੰਦਾ ਉਹ ਮੈਲ ਹੀ ਕੱਟ ਰਿਹਾ ਹੈ, ਮੈਲ ਹੀ ਕੱਟ ਰਿਹਾ ਹੈ। ਦਰਖਤ ਦੀਆਂ ਪੱਤੇ ਡਾਹਣੀਆਂ ਝਾੜਨ ਦੇ ਨਾਲ ਕੁਛ ਨਹੀਂ ਬਣਨਾ, ਉਹਦੇ ਤੇ ਜੜ ਹੀ ਪੱਟਣੀ ਪੈਂਦੀ ਹੈ ਜੇ ਖਤਮ ਕਰਨਾ ਹੋਵੇ। ਤਾਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਗੁਰਬਾਣੀ ਜਿੱਥੋਂ ਮਨੁੱਖ ਦੇ ਅੰਦਰ ਸ਼ੈਤਾਨੀਅਤ ਪੈਦਾ ਹੋਣੀ ਹੈ, ਉੱਥੋਂ ਜੜ੍ਹਾਂ ਹੀ ਕੱਟ ਦਿੰਦੀ ਹੈ। ਇਸੇ ਲਈ ਤੇ ਕਿ ਬੱਚਾ ਵੀ ਗੁਰਬਾਣੀ ਨੂੰ ਪੜ੍ਹੇ ਤੇ ਸੁਣੇ। ਗੁਰੂ ਨਾਨਕ ਨੇ ਇੱਥੋਂ ਤੱਕ ਵੀ ਹੁਕਮ ਕੀਤਾ ਹੈ ਕਿ ਜਿਹੜੀ ਮਾਂ ਦੇ ਉਦਰ ਦੇ ਅੰਦਰ ਬੱਚਾ ਹੈ, ਉਹ ਮਾਂ ਵੀ ਗੁਰਬਾਣੀ ਨੂੰ ਪੜ੍ਹੇ, ਗੁਰਬਾਣੀ ਨੂੰ ਸੁਣੇ, ਤਾਂ ਕਿ ਉਸ ਬੱਚੇ ਦਾ ਜਿਹੜਾ ਮਨ ਹੈ, ਉਹਦੇ ਮਨ ਤੇ ਮੈਲ ਨਾ ਲੱਗੇ ਕਿਸੇ ਪ੍ਰਕਾਰ ਦੀ, ਬਿਲਕੁਲ ਵੀ ਨਾ ਲੱਗੇ। ਬੱਚੇ ਨੂੰ ਵੀ ਕਿਹਾ ਕਿ ਤੂੰ ਗੁਰਬਾਣੀ ਪੜ੍ਹਨੀ ਸੁਣਨੀ ਹੈ। ਨੌਜਵਾਨ ਨੂੰ ਤੇ ਕਿਹਾ ਹੀ ਹੈ ਤੇ ਬੁੱਢਿਆਂ ਨੂੰ ਤੇ ਕਿਹਾ ਹੈ। ਭਾਵੇਂ ਸਾਰੇ ਧਰਮਾਂ ਦੇ ਵਿੱਚ ਔਰਤ ਜਾਮੇ ਨੂੰ ਕਿਸੇ ਵੀ ਧਰਮ ਦੇ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਸੀ, ਮਨਾਹੀ ਸੀ। ਕੋਈ ਵੀ ਔਰਤ ਜਿਹੜੀ ਸੀ ਉਹ ਆਪਣੀਆਂ ਮਸਜਿਦ ਦੇ ਵਿੱਚ ਜਾ ਕੇ, ਹੋਰ ਜਗ੍ਹਾ ਤੇ ਜਾ ਕੇ ਨਮਾਜ਼ਾਂ ਨਹੀਂ ਪੜ੍ਹ ਸਕਦੀ ਸੀ।
जिन्ने धर्म सी दुनिया ते वो सारे धर्मां दे विच औरत जामे नूं बहुत पिछे रखिया गया सी। गुरु नानक महाराज जी जद आए तो गुरु नानक देव साहब महाराज जियां ने औरत जामे नूं ही अगे कर दिता कि नहीं, संसार की उत्पत्ति इत्थों ही होनी है। तो जे तुसीं संसार नूं सुधारना चाहुंदे हो ना, जिन्हें संसार दे विच बच्चों नूं जन्म देना उन्होंने वड्डा होना, अगे कुल चलनी है, तुसीं इहनूं सुधारो। गुरु नानक अकाल पुरख ने बाह पकड़ी, औरत जामे नूं अगे कीता कि नहीं, तुसीं भी गुरबाणी पढ़ सकते हो, तुसीं अकाल पुरख नाल गल्लां कर सकते हो, अपना जीवन सुधार कर सकते हो। वरना होर किसी धर्म दे विच ये महानता नहीं मिली हुई सी। होर किसी धर्म दे विच ये महानता नहीं मिली सी। गुरु नानक देव साहब जी महाराज ने ऐलानिया कहा, सो क्यों मंदा आखिए जित जम है राजा। दुनिया दे लोगो, तुसी उस जननी नूं क्यों इतना कमज़ोर समझो जिहदी कुख दे विचों राजे महाराजा ने जन्म लेना है। अज तक लेंदे आ रहे, अज तक लेंदे आ रहे। तो गुरु नानक ने पहले ते मर्द अते औरत नूं इन्हां नूं बराबर कीता कि तुहानूं बराबर दा अधिकार है। इसनों बराबर करके गुरु नानक देव साहब महाराज ने जिहड़ी गुरबाणी दा जहाज बख्शिया सानूं, ये सारे दे सारे उपदेश फिर सारिਆਂ ਨੂੰ कर दिते ने। उपदेश एक नूं नहीं है, माफ़ करना, जेड़ी गल एक नूं कही जावे वो गल बंदे दी अपने हो सकती है, अकाल पुरख दी वो गल नहीं है। इत्थे खत्री ब्राह्मण सूद वैस उपदेश चौ वर्ना को साझा। जेड़ी गल सारिਆਂ ਨੂੰ कही जावे वो गल गुरु नानक देव साहब जी महाराज दी है। जेड़ी गल केवल इकल्ले मनुख नूं कही जावे वो गल गुरु नानक दी नहीं है, बंदे दी अपनी गल हो सकती है। क्योंकि सच हमेशा जो सच है वो सबना दा है, किसे इकल्ले बंदे दा नहीं है। जो सच है सबना दा है। ते गुरु नानक महाराज जियां ने इन्हां नूं बराबर करके अकाल पुरख महाराज जियां ने कहा कि जेड़ा अकाल पुरख दा हुक्म है यह सारिਆਂ नूं सांझा है, सारिਆਂ इक्को जिहा, इक्को जिहा तुहानूं हुक्म है। ते इक्को जिहे हुक्म दे अंदर जिमें जिमें मनुख रहिंदा है ते गुरु साहिब जी महाराज जियां ने इन्हां नूं बराबर लिया के, क्योंकि गुरु नानक देव साहब महाराज वेले वखो वखरे धर्मां दे विच सी जिहड़ी दुनिया वंडी हुई सी। 3200 जात उस वक्त चलदी सी। इतनियां कोई जातां पातां दे विच वंडिया सी, कोई धर्म दे विच वंडिया सी, मजहब दे विच वंडिया सी, कोई किवें वंडिया गया, कोई किवें वंडिया गया। पहले तो गुरु नानक देव साहब महाराज ने इन्हां सारिਆਂ ਨੂੰ इकट्ठे किया, सारिਆਂ ਨੂੰ। ते सारिਆਂ ਨੂੰ इकट्ठे करना कोई सौखी गल नहीं सी। जदों गुरु नानक देव साहब महाराज इन्हां दे बेदी कुल दे लोग सी जिहड़े, वो एक अपने नगर दे विच झंडा खड़ाउंदे हुंदे सी। झंडा ला के वो झंडे दे थल्ले बैठ के नगर दे रह मशवरे करते रहंदे। ते वो झंडा लगदा हुंदा सी किहदा है, ये फलानी कुल दा झंडा है। उसे कुल दे लोग बहिंदे सन, होर दूजी कुल दा बंदा आके वो झंडे थल्ले नहीं बैठ सकदा सी। दूजी कुल दा बंदा आके झंडे थल्ले नहीं बैठ सकदा सी। ते जदों उन्होंने झंडा लाया, गुरु नानक देव साहब जी महाराज नूं सद्दा दिता गया, नानक कहते अपने कुल का झंडा लग्या बड़ा उच्चा,
ਤੇ ਆਓ ਤੁਸੀਂ ਉਸ ਝੰਡੇ ਥੱਲੇ ਆ ਜਾਓ, ਕਿਉਂਕਿ ਆਪਣੀ ਸਾਰੀ ਕੁਲ ਦੇ ਲੋਕ ਨੇ ਜਿਹੜੇ ਉਹ ਝੰਡੇ ਥੱਲੇ ਇਕੱਠੇ ਹੁੰਦੇ ਨੇ। ਉਹ ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੂੰ ਜਦ ਇਹ ਕਿਹਾ ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਜਵਾਬ ਦੇ ਦਿੱਤਾ। ਇਤਿਹਾਸ ਦੇ ਸੁਨਹਿਰੀ ਪੰਨੇ ਸਾਡੇ ਸਾਹਮਣੇ ਨੇ ਕਿ ਮੈਂ ਜਿਹੜਾ ਇਹ ਕੁਲ ਦਾ ਮਾਣ ਕਰਕੇ ਉੱਚਾ ਝੰਡਾ ਲਾਇਆ ਹੈ, ਮੈਂ ਝੰਡੇ ਥੱਲੇ ਕਦੀ ਨਹੀਂ ਨਹੀਂ ਆਉਣਾ। ਜਦ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹ ਝੰਡੇ ਥੱਲੇ ਨਾ ਗਏ ਤੇ ਝੰਡੇ ਥੱਲੇ ਬਾਕੀ ਕੁਲ ਦਾ ਮਾਣ ਕਰਕੇ ਸਾਰੇ ਇਕੱਠੇ ਹੋਏ ਸੀ ਤੇ ਸਾਰਿਆਂ ਨੇ ਫਿਰ ਝੰਡੇ ਥੱਲੇ ਬੈਠਿਆਂ ਨੇ ਪਹਿਲੇ ਤੇ ਸ਼ੁਰੂਆਤ ਹੀ ਇੱਥੋਂ ਕੀਤੀ ਸੀ। ਕਹਿੰਦੇ ਨਾਨਕ ਨਹੀਂ ਆਇਆ, ਨਾਨਕ ਨਹੀਂ ਆਇਆ। ਜਦ ਸ਼ੁਰੂਆਤ ਹੀ ਇੱਥੋਂ ਕੀਤੀ, ਫਿਰ ਉਹ ਸਾਰਿਆਂ ਨੇ ਰਾਏ ਮਸ਼ਵਰਾ ਕੀਤਾ। ਉਹ ਮਸ਼ਵਰਾ ਜਿਹੜਾ ਉਹਨਾਂ ਦਾ ਸੀ, ਜਿਹੜੇ ਉਹਨਾਂ ਨੇ ਆਪਣੀ ਜ਼ੁਬਾਨ ਦੇ ਵਿੱਚੋਂ ਬੋਲ ਬੋਲੇ ਗੁਰੂ ਨਾਨਕ ਮਹਾਰਾਜ ਨੂੰ, ਅੱਜ ਸਾਡੇ ਕੋਲ ਨੇ, ਕੋਲ ਨੇ ਸਾਡੇ। ਕੋਈ ਕਹੈ ਭੂਤਨਾ ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ। ਇਹ ਬਾਲਕ, ਕਿਉਂਕਿ ਗੁਰੂ ਨਾਨਕ ਦੀ ਛੋਟੀ ਉਮਰ ਸੀ ਉਸ ਵਕਤ, ਇਹ ਬਾਲਕ ਬੜਾ ਕੁਰਾਈਆ ਪੈਦਾ ਹੋ ਗਿਆ। ਇਹ ਸਾਰੀ ਕੁਲ ਦੇ ਆਖੇ ਨਹੀਂ ਲੱਗਿਆ, ਸਾਰੀ ਕੁਲ ਦੇ ਆਖੇ ਨਹੀਂ ਲੱਗਿਆ। ਪਹਿਲੀ ਸ਼ੁਰੂਆਤ ਉਹਨਾਂ ਨੇ ਇੱਥੋਂ ਕੀਤੀ। ਕਹਿੰਦੇ ਨਾਨਕ ਨਹੀਂ ਆਉਂਦਾ, ਜਵਾਬ ਦੇ ਗਿਆ ਤੇ ਸਾਰੇ ਝੰਡੇ ਥੱਲੇ ਇਕੱਠੇ ਹੋ ਜਾਂਦੇ ਸੀ। ਬਾਬੇ ਨਾਨਕ ਤੋਂ ਪਹਿਲਾਂ ਕੋਈ ਇਹੋ ਜਿਹਾ ਪੈਦਾ ਹੀ ਨਹੀਂ ਹੋਇਆ ਸੀ ਕਿ ਉਸ ਝੰਡੇ ਤੋਂ ਇਨਕਾਰੀ ਕਰ ਦਿੰਦਾ, ਉਸ ਝੰਡੇ ਤੋਂ ਇਨਕਾਰੀ ਕਰ ਦਿੰਦਾ। ਨਗਰ ਖੇੜੇ ਦੇ ਵਿੱਚ ਜਿਹੜੀ ਮਰਜ਼ਾਦਾ ਬਣੀ ਹੋਵੇ, ਸਾਰੇ ਦੇ ਸਾਰੇ ਲੋਕ ਉਹ ਨਗਰ ਖੇੜੇ ਦੀ ਮਰਜ਼ਾਦਾ ਮੁਤਾਬਕ ਚੱਲਦੇ ਨੇ। ਸਾਡੇ ਤੇ ਪੁਰਾਤਨ ਸਮੇਂ ਤੋਂ ਲੈ ਕੇ ਚੱਲਿਆ ਆ ਰਿਹਾ, ਪੁਰਾਤਨ ਸਮੇਂ ਤੋਂ ਲੈ ਕੇ। ਉਹਨਾਂ ਵਿੱਚੋਂ ਕੋਈ ਇੱਕ ਅੱਧਾ ਪਾਸੇ ਨਿਕਲ ਜੇ ਕਿ ਨਹੀਂ ਇਹ ਮਰਜ਼ਾਦਾ ਗਲਤ ਹੈ, ਤਾਂ ਫਿਰ ਸਾਰੇ ਨਗਰ ਖੇੜੇ ਦੇ ਲੋਕ ਉਹਦੇ ਮਗਰ ਹੱਥ ਧੋ ਕੇ ਪੈ ਜਾਣਗੇ। ਹੱਦ ਹੋ ਗਈ, ਤੋ ਇਕੱਲਾ ਹੀ ਸੱਚਾ ਨਿਕਲ ਗਿਆ, ਬਾਕੀ ਸਾਰਾ ਨਗਰ ਝੂਠਾ ਹੈ। ਫਿਰ ਉਹ ਜਿਵੇਂ ਜਿਵੇਂ ਜਿਹਦੇ ਜ਼ਬਾਨ ਦੇ ਵਿੱਚ ਬੋਲ ਨਹੀਂ ਹੋਣਗੇ, ਉਹ ਬੋਲ ਬੋਲਦਾ ਜਾਵੇਗਾ। ਮਾਫ਼ ਕਰਨਾ, ਮੈਂ ਸ਼ਬਦ ਵਰਤੇ ਨੇ, ਜਿਹਦੀ ਜ਼ਬਾਨ ਵਿੱਚ ਬੋਲ ਨਹੀਂ ਹੋਣਗੇ। ਜਦ ਇਹੋ ਜਿਹਾ ਮੌਕਾ ਮਿਲਦਾ, ਫਿਰ ਉਹਦੀ ਜ਼ਬਾਨ ਦੇ ਵਿੱਚੋਂ ਗੱਲਾਂ ਨਿਕਲਦੀਆਂ ਨੇ, ਬੜੇ ਬੋਲ ਨਿਕਲਦੇ ਨੇ, ਕਿਉਂਕਿ ਉਹਨੂੰ ਪਹਿਲਾਂ ਕਦੇ ਬੋਲਣ ਦਾ ਮੌਕਾ ਹੀ ਨਹੀਂ ਮਿਲਿਆ। ਮੌਕਾ ਤੇ ਹੁਣ ਮਿਲਿਆ। ਸੰਸਾਰ ਦੇ ਵਿੱਚ ਕੋਈ ਵੀ ਕਰਮ ਕਰਨਾ ਹੋਵੇ, ਗੱਲ ਇਕੱਲੇ ਮੌਕੇ ਤੇ ਖੜੀ ਹੈ। ਮੌਕਾ ਤੇ ਹੁਣ ਮਿਲਿਆ। ਅੱਜ ਗੁਰੂ ਨਾਨਕ ਦੀ ਕੁਲ ਦੇ ਲੋਕਾਂ ਨੂੰ ਮੌਕਾ ਮਿਲਿਆ ਇੱਕ ਬੋਲਣ ਦਾ, ਤੇ ਫਿਰ ਜਿਹੜੇ ਪਹਿਲਾਂ ਬੋਲਦੇ ਹੁੰਦੇ ਸੀ ਉਹ ਬੋਲਦੇ ਰਹੇ। ਅੱਜ ਸਾਰੀ ਕੁਲ ਦੇ ਲੋਕ ਸੀ ਜਿਹੜੇ ਬੋਲ ਰਹੇ ਨੇ, ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੂੰ ਬੜੇ ਅਪਸ਼ਬਦ ਬੋਲੇ ਨੇ। ਸਭ ਤੋਂ ਪਹਿਲਾਂ ਜੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੂੰ ਅਪਸ਼ਬਦ ਬੋਲੇ ਨੇ ਤੇ ਉਹਨਾਂ ਦੀ ਕੁਲ ਦੇ ਲੋਕਾਂ ਨੇ ਬੋਲੇ ਨੇ, ਕਿਸੇ ਦੂਸਰੇ ਨੇ ਨਹੀਂ ਬੋਲੇ। ਸਭ ਤੋਂ ਪਹਿਲਾਂ ਉਹਨਾਂ ਦੀ ਕੁਲ ਦੇ ਲੋਕਾਂ ਨੇ ਅਪਸ਼ਬਦ ਬੋਲੇ ਨੇ। ਉਸ ਤੋਂ ਪਹਿਲਾਂ ਤਾਂ ਕਿਸੇ ਨੇ ਬੋਲਿਆ ਹੀ ਨਹੀਂ ਸੀਗਾ। ਬਾਅਦ ਦੇ ਵਿੱਚ ਤੇ ਭਾਵੇਂ ਗੁਰੂ ਨਾਨਕ ਨੂੰ ਬਗਦਾਦ ਦੀ ਧਰਤੀ ਅੰਦਰ ਖੂਹ ਵਿੱਚ ਸੁੱਟਿਆ ਗਿਆ, ਪੱਥਰ ਮਾਰੇ ਗਏ, ਬੜਾ ਕੁਛ ਅਸੀਂ ਇਤਿਹਾਸ ਦੇ ਸੁਨਹਿਰੀ ਪੰਨੇ ਸਾਡੇ ਕੋਲ ਨੇ, ਪਰ ਸਭ ਤੋਂ ਪਹਿਲਾਂ ਸ਼ੁਰੂਆਤ ਉਹਨਾਂ ਦੀ ਕੁਲ ਦੇ ਲੋਕਾਂ ਤੋਂ ਹੋਈ ਸੀ। ਜਦੋਂ ਗੁਰੂ ਨਾਨਕ ਨੇ ਜਵਾਬ ਦੇ ਦਿੱਤਾ, ਇਹ ਤੇ ਕੁਰਾਈਆ ਹੈ, ਬੇਤਾਲਾ ਹੈ, ਇਹ ਭੂਤਨਾ ਹੈ, ਕੁਰਾਹੇ ਪੈ ਗਿਆ, ਆਉਣ ਵਾਲੇ ਸਮੇਂ ਦੇ ਵਿੱਚ ਇਸ ਬੱਚੇ ਦਾ ਕੀ ਬਣੇਗਾ, ਬੜਾ ਕੁਛ ਇਤਿਹਾਸ ਦੇ ਵਿੱਚ ਲਿਖਿਆ ਹੋਇਆ। ਬੋਲਦੇ ਗਏ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਪਹਿਲੇ ਤੇ ਜਿਹੜੀ ਇਹ ਰਹੁ ਰੀਤ ਰਿਵਾਜ ਚੱਲੀ ਹੋਈ ਸੀ, ਇਹ ਖਤਮ ਕੀਤੀ ਕਿ ਦੁਨੀਆ ਦੇ ਲੋਕੋ,
ਮੈਸੇ ਕੁਲ ਦਾ ਜਿਹੜਾ ਝੰਡਾ ਲਾਉਂਦੇ ਹੋ ਨਾ ਤੁਸੀਂ, ਮਾਣ ਕਰਕੇ ਝੰਡੇ ਥੱਲੇ ਨਹੀਂ ਬੈਠਣਾ। ਜਿਹੜਾ ਅਕਾਲ ਪੁਰਖ ਮਹਾਰਾਜੀਆਂ ਨੇ ਬਹੁਤ ਵੱਡਾ ਝੰਡਾ ਸੰਸਾਰ ਦੇ ਵਿੱਚ ਚਲਾਇਆ ਹੋਇਆ ਹੈ, ਮੈਂ ਸਾਰੇ ਦੇ ਸਾਰੇ ਸੰਸਾਰ ਨੂੰ ਅਕਾਲ ਪੁਰਖ ਦੇ ਇੱਕ ਝੰਡੇ ਥੱਲੇ ਇਕੱਠਾ ਕਰਨ ਵਾਸਤੇ ਆਇਆ। ਹੁਣ ਇਹ ਗੱਲ ਬਹੁਤ ਵੱਡੀ ਸੀ, ਬਹੁਤ ਵੱਡੀ ਸੀ, ਕੋਈ ਛੋਟੀ ਗੱਲ ਨਹੀਂ ਸੀ ਕਿ ਇੱਕ ਤੇ ਇੱਕ ਝੰਡੇ ਦੀ ਗੱਲ ਕਰੇ, ਇੱਕ ਹਜ਼ਾਰਾਂ ਝੰਡਿਆਂ ਦੀ ਗੱਲ ਕਰੇ, 1 ਲੱਖ ਝੰਡੇ ਦੀ ਗੱਲ ਕਰੇ, ਕਰੋੜਾਂ ਝੰਡਿਆਂ ਦੀ ਗੱਲ ਕਰੇ। ਇੱਕ ਸਾਰੀ ਦੀ ਸਾਰੀ ਸ੍ਰਿਸ਼ਟੀ ਕਾਇਨਾਤ ਉਹਨੂੰ ਕਹੇ ਕਿ ਅਕਾਲ ਪੁਰਖ ਨੇ ਝੰਡਾ ਚਲਾਇਆ ਹੋਇਆ ਹੈ, ਬਹੁਤ ਵੱਡੀ ਗੱਲ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜੀਆਂ ਨੇ ਪਹਿਲੇ ਤੇ ਸਾਰਿਆਂ ਦੇ ਮਨਾਂ ਦੇ ਵਿੱਚੋਂ ਇਹ ਮੈਲ ਕੱਢੀ ਹੈ, ਸਭ ਦੇ ਅੰਦਰੋਂ ਮੈਲ ਕੱਢੀ ਹੈ। ਕਿਉਂਕਿ ਗੱਲ ਸਿਰਫ ਜੇ ਅੰਦਰ ਦੀ ਮੈਲ ਦੀ ਹੈ। ਜਦੋਂ ਅੰਦਰ ਦੀ ਮੈਲ ਨਿਕਲ ਗਈ ਨਾ, ਸਮਝ ਲੈਣਾ ਸੰਤ ਬਣ ਜਾਂਦਾ ਬੰਦਾ। ਮੈਲ ਹੀ ਨਿਕਲ ਗਈ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਇਹ ਜਿਹੜੀ ਮਤ ਹੈ ਜਨਮਾਂ ਜਨਮਾਂਤਰਾਂ ਤੋਂ ਲੈ ਕੇ ਪਾਪਾਂ ਦੇ ਨਾਲ ਭਰੀ ਹੋਈ ਹੈ। ਗੁਰਬਾਣੀ ਨੂੰ ਪੜ੍ਹਨ ਦਾ ਸੁਣਨ ਦਾ ਸਾਡਾ ਮੇਨ ਮਨੋਰਥ ਹੈ ਕਿ ਸਾਡੇ ਅੰਦਰ ਦੀ ਜਿਹੜੀ ਮੈਲ ਹੈ ਇਹ ਕੱਟ ਕੱਟ ਕੇ ਬਾਹਰ ਨਿਕਲ ਜਾਵੇ। ਹੋਰ ਕੋਈ ਇਹ ਮਨੋਰਥ ਨਹੀਂ ਹੈ ਕਿ ਅਸੀਂ ਗੁਰਬਾਣੀ ਨੂੰ ਪੜ੍ਹਦੇ ਸੁਣਦੇ ਹਾਂ ਅਤੇ ਸੰਸਾਰ ਸਾਡੀ ਉਸਤਤੀ ਕਰੇ ਕਿ ਅਸੀਂ ਬਹੁਤ ਚੰਗੇ ਹਾਂ। ਐਸੀ ਇਹ ਚੱਕਰ ਦੇ ਵਿੱਚ ਭਰਮ ਦੇ ਵਿੱਚ ਨਾ ਕਿਸੇ ਨੇ ਰਹਿਣਾ। ਕਿਉਂਕਿ ਬਹੁਤ ਵਾਰੀ ਬੰਦਾ ਕਥਾ ਕੀਰਤਨ ਕਰਨ ਵਾਲਾ, ਕਥਾ ਕੀਰਤਨ ਸੁਣਨ ਵਾਲਾ, ਬਾਣੀ ਪੜ੍ਹਨ ਵਾਲਾ, ਬਾਣੀ ਸੁਣਨ ਵਾਲਾ, ਇਹ ਵੀ ਦੁਬਿਧਾ ਦੇ ਵਿੱਚ ਪੈ ਜਾਂਦੇ ਨੇ, ਬੜੀ ਵੱਡੀ ਦੁਬਿਧਾ ਦੇ ਵਿੱਚ ਪੈ ਜਾਂਦੇ ਨੇ। ਅਤੇ ਜਦੋਂ ਇਹ ਜਨਮਾਂ ਜਨਮਾਂਤਰਾਂ ਦੀ ਅੰਦਰੋਂ ਮੈਲ ਕੱਟੀ ਜਾਂਦੀ ਹੈ ਨਾ, ਜਿਹੜੀ ਲੰਮੇ ਟਾਈਮ ਤੋਂ ਲੱਗੀ, ਕਿਉਂਕਿ ਗੁਰਬਾਣੀ ਨੇ ਇਹ ਗੱਲ ਸਿੱਧ ਕੀਤੀ ਹੈ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਆਉਂਦੀ ਹੈ। ਹੁਣ ਇੱਕ ਚੀਜ਼ 2-4 ਦਿਨਾਂ ਦੀ ਸਾਡੇ ਘਰ ਪਈ ਹੋਵੇ, ਇੱਕ ਚੀਜ਼ ਕੋਈ 5-10 ਸਾਲਾਂ ਦੀ ਪਈ ਹੋਵੇ, ਇੱਕ 50 ਸਾਲਾਂ ਦੀ ਪਈ ਹੋਵੇ, 100 ਸਾਲ ਦੀ ਪਈ ਹੋਵੇ। ਹੁਣ 100 ਸਾਲ ਦੀ ਚੀਜ਼ ਨੂੰ ਚੁੱਕ ਕੇ ਘਰੋਂ ਬਾਹਰ ਕੱਢਣ ਵਾਸਤੇ ਤੇ ਓਡਾ ਵੱਡਾ ਹੀ ਯਤਨ ਕਰਨਾ ਪਵੇਗਾ। ਛੋਟੇ ਮੋਟੇ ਯਤਨ ਦੇ ਨਾਲ ਨਹੀਂ ਨਿਕਲਣੀ, ਛੋਟੇ ਮੋਟੇ ਯਤਨ ਦੇ ਨਾਲ ਨਹੀਂ ਨਿਕਲਣੀ। ਛੋਟੇ ਮੋਟੇ ਯਤਨ ਦੇ ਨਾਲ ਨਹੀਂ ਨਿਕਲ, ਯਤਨ ਵੱਡਾ ਕਰਨਾ ਪੈਣਾ। ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਆ ਰਹੀ ਹੈ, ਕਿਉਂਕਿ ਪਿਛੋਕੜ ਜਿਹੜਾ ਮਨੁੱਖ ਦਾ ਹੈ ਉਹ ਸਾਰੀ ਦੀਆਂ ਸਾਰੀਆਂ ਜੋਨੀਆਂ ਦੇ ਵਿੱਚੋਂ ਨਿਕਲ ਕੇ ਆਇਆ। ਅਤੇ ਜਨਮਾਂ ਜਨਮਾਂਤਰਾਂ ਦੀ ਮੈਲ ਇਸ ਨੂੰ ਕਿਹਾ ਜਾਂਦਾ ਕਿ ਲੰਮੇ ਟਾਈਮ ਦੀ ਮੈਲ ਹੈ ਜਿਹੜੀ ਉਹ ਲੱਗੀ ਹੋਈ ਹੈ। ਹੁਣ ਲੰਮੇ ਟਾਈਮ ਦੀ ਜਿਹੜੀ ਬਹੁਤ ਵੱਡੀ ਮੈਲ ਲੱਗੀ ਹੋਈ ਹੈ, ਉਸ ਬਹੁਤ ਵੱਡੀ ਮੈਲ ਨੂੰ ਤੇ ਉਤਾਰਨ ਵਾਸਤੇ ਫਿਰ ਕੋਈ ਯਤਨ ਵੀ ਵੱਡਾ ਹੀ ਕਰਨਾ ਪੈਣਾ, ਯਤਨ ਵੀ ਵੱਡਾ ਹੀ ਕਰਨਾ ਪੈਣਾ। ਤੇ ਉਹ ਵੱਡਾ ਯਤਨ ਕੀ ਹੈ ਕਿ ਅਸੀਂ ਵਾਰੀ-ਵਾਰੀ ਯਤਨ ਕਰਦੇ ਹਾਂ ਕਿ ਪਰਮਾਤਮਾ ਮੈਲ ਕੱਟੀ ਜਾਵੇ। 2 ਟਾਈਮ ਦਾ ਜਿਹੜਾ ਅਸੀਂ ਨਿਤਨੇਮ ਕਰਦੇ ਸੁਣਦੇ ਹਾਂ, ਜਾਂ ਸਹਿਜ ਪਾਠ ਅਖੰਡ ਪਾਠ ਦੇ ਸਮੇਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਸੁਣਦੇ ਹਾਂ, ਇਹ ਜਿਹੜੀ ਜਨਮਾਂ ਜਨਮਾਂਤਰਾਂ ਦੀ ਮੈਲ ਹੈ ਇਹ ਲੈ ਜਾਂਦੀ ਹੈ, ਕੱਟੀ ਜਾਂਦੀ ਹੈ। ਅਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਜਿਸ ਦਿਨ ਤੂੰ ਪਰਮਾਤਮਾ ਦੇ ਨਾਲ ਜੁੜਿਆ ਰਹੇ, ਐ ਮੇਰੇ ਪਰਮਾਤਮਾ ਕਿਰਪਾ ਕਰਦੇ ਮੈਲ ਉਤਰ ਜਾਵੇ। ਜਿਸ ਦਿਨ ਅੰਦਰ ਦੀ ਮੈਲ ਸਾਰੀ ਚਲੀ ਗਈ, ਉਸੇ ਦਿਨ ਤੂੰ ਰੱਬ ਦਾ ਹੀ ਰੂਪ ਬਣ ਜਾਵੇਂਗਾ। ਰੱਬ ਕੀ ਹੈ? ਰੱਬ ਉਹੀ ਨੇ ਜਿਸ ਦੇ ਅੰਦਰ ਕਿਸੇ ਸ੍ਰਿਸ਼ਟੀ ਦੇ ਪ੍ਰਤੀ ਕੋਈ ਮੈਲ ਨਹੀਂ ਹੈ, ਕੋਈ ਮੈਲ ਨਹੀਂ ਹੈ। ਅਤੇ ਮਨੁੱਖ ਦੇ ਅੰਦਰ ਤੇ ਸ੍ਰਿਸ਼ਟੀ ਦੇ ਪ੍ਰਤੀ ਕੀ ਕਰੋੜਾਂ ਅਰਬਾਂ ਖਰਬਾਂ ਜੋਨੀਆਂ ਐਸੀਆਂ ਨੇ ਜਿਨ੍ਹਾਂ ਦੇ ਪ੍ਰਤੀ ਮਨੁੱਖ ਦੇ ਅੰਦਰ ਮੈਲ ਹੈ, ਮੈਲ ਹੈ। ਬਹੁਤੇ ਮਨੁੱਖ ਤੇ ਐਸੇ ਵੀ ਨੇ, ਇਹਨਾਂ ਨੇ ਜਿਉਂਦੇ ਜਾਗਦਾ ਜੀਵ ਦੇਖਿਆ ਨਹੀਂ, ਇਹਨਾਂ ਦੇ ਅੰਦਰ ਦੀ ਮੈਲ ਜਗ ਪੈਂਦੀ ਹੈ। ਮਾਰ ਲਓ ਤੇ ਇਸ ਨੂੰ ਖਾ ਜਾਓ।
हैगे ने बहुत। जिंदगी दे विच मिले ने ऐसे सज्जन। ऐ छोटा जिहा जानवर हुंदा हुण ते खर नहीं अपने खेतां दे विच घट ने, जिहनूं असीं साहा कह दिंदे हां। छोटा जिहा जानवर, बड़ा प्यारा जानवर, लोकी घरां दे विच रखदे ने। मैले मनुख अपने खेतां दे विच काम धंधे करदे करदे जिथे मिलदा है पकड़ लैंदे ने, तड़फा तड़फा के उन्होंने मार देंदे ने, मार देंदे ने। एडा वड्डा इसदा पत्थर दिल हो गया कि जेड़ी जान परमात्मा ने तेरे विच पाई है, उही जान परमात्मा ने उस साहे दे खरगोश दे विच भी पाई है, जिन्हों तू मार के खा रहा। जिमें तैनूं जिंदगी जिउण दा अधिकार परमात्मा ने दिता है, सारी सृष्टि नूं जिंदगी जिउण दा अधिकार परमात्मा ने दिता होया है। ते ये अधिकार मनुख किसी कोलों खो नहीं सकता, नहीं खो सकता। ते बड़े प्यारे प्यारे ऐसे जानवर ने जेड़े जानवरां नूं बिल्कुल ये खत्म कर दे तुरे जांदे ने, खत्म कर दे तुरे जांदे ने। इथों पता लगता है कि मनुख दे अंदर किन्नी क मैल है। जदों इनू मौका मिलिया तो इहने अपनी मैल सी जिहड़ी नाल दी नाल उस ते जोनी ते पा दित्ती। तो गुरु साहिब जी महाराज कहते ने जन्मां जन्मांतरां दी मैल लगी है, सब तो श्रेष्ठ तैनूं बना दिता, हुण तूं ये मैल उतारनी है। किसे दे आखे लग के नहीं, केवल बाबे नानक दे आखे लग के उतारनी है। ते बाबे नानक ने स्पष्ट कह दिता, जेड़े असी कलाम पढ़ते हैं, भरीए मत पापां कै संग ओह धोपै नावै कै रंग। इत्थे नाम की गल ही गुरु नानक महाराज ने की है कि सिवाए नाम तो बिना होर किसी भी जतन दे नाल जिहड़ी तेरी मत पापां नाल भरी है, इहदी मैल होर किसी जतन दे नाल नहीं लथनी। तो दुनिया ते जतन करदी है, बड़े जतन कीते जांदे ने, पर नाम जपिया तो, नाम जपण तो बिना ये मैल नहीं उतरनी। तो गुरु नानक देव साहिब जी महाराज ने जद अपना आप रास्ता अख्तियार किया है, एक झंडे थले जवाब दे दिता जान तो गुरु नानक देव साहिब जी महाराज जियां नूं फिर सब तो पहला कुराई है बेताला उन्हां दी कुल दे लोकां ने कहा। तो जे लोक सलाहे तां तेरी उपमा, जे निंदा तां छोड़ ना जाई। जे सारी दी सारी दुनिया तैनूं निंदे, सारी दुनिया तैनूं माड़ा कवे, सतगुरु महाराज कहते अपना रास्ता ना छड्डी, ना छड्डी तू रास्ता, क्योंकि उन्होंने हमेशा दुनिया ने छड्डिया है जिन्हें रास्ता अपना तैयार किया है। मंसूर नूं छड्डिया सी, सबनों छड्डिया। इतिहास के सुनहरी पन्ने साडे कोल पए ने। असीं ते सिख इतिहास जिहड़ा जदों पढ़दे सुनदे आ, उत्थे पता लग गया कि सब अपने आप अपने सीगे जिहड़े वो सब दे सब पराए हो गए ने, सब पराए हो गए। तो गुरु साहिब जी महाराज कहते ने कि मनुख नूं जिहड़ा ये दो टाइम परमात्मा की गुरबाणी पढ़दा सुनदा है, तो इस दे अंदर एको भावना बनी रहे कि परमात्मा मेरी मैल उतार दे अंदर जी। तो पहला तो फिर ये गल कहनी पऊ कि परमात्मा साडे अंदर मैल हैगी है, असी बहुत मैले हाँ, असी नहीं कह सकते। गुरु अर्जन देव साहब महाराज का एक बोल जरा नोट करियो, हम मैले तुम ओजल करते, हम निर्गुण तू दाता, हम मूर्ख तुम चतर सियाणे, तू सर्ब कला का ज्ञाता। गुरु अर्जन देव साहब महाराज अकाल पुरख नूं संबोधन करके कह रहे ने कि ऐ मेरे परमात्मा, हम मैले, असी बहुत मैले हाँ,
तुसी सानू उजल कर दिओ। हम निर्गुण तू दाता। गुरु अर्जन देव साहब महाराज कहते असी निर्गुण हाँ, तुसी दाते हो। हम मूर्ख तुम चतन सियाने, तू सर्व कला का ज्ञाता। गुरु अर्जन देव साहब महाराज कहते अकाल पुरख बड़े बड़े मूर्ख हाँ, तू सर्व कला का ज्ञाता है, तुसी साडी रखिया करो। ते गुरु अर्जन देव साहब जी महाराज अकाल पुरख नूं संबोधन करके कह सकते ने, ते सानू ये गल कहण दे विच की हर्ज है, की हर्ज है? कोई हर्ज नहीं है। तो पहले सानू ये नोट करना पवेगा कि हाँ साडे अंदर मैल है। जिस दिन अंदर मैल है, ये गल कह के परमात्मा दे अगे हाथ जोड़ते, परमात्मा उस दिन ही बंदे दी अंदरों मैल कटनी शुरू कर दिंदा है। क्योंकि मनना तो पहले बंदे नूं पवेगा ना, डॉक्टर कोले जाके तो पहले बंदे नूं मनना पैंदा है कि हाँ मैं मरीज हाँ, डॉक्टर उस तो बाद इलाज करदा। तैनूं किहड़ा रोग लग्या, उस रोग का इलाज है। पर पहला बंदे नूं जाके मनना पैंदा है कि मैं मरीज हाँ, आ मैनू रोग लग्या होया है। पहला बंदे नूं ये गल हाथ जोड़ के मननी पवेगी कि ऐ मेरे परमात्मा, ऐ मेरे अल्लाह ताला खुदा, मेरे अंदर जन्मां जन्मांतरां दी बहुत मैल लगी हुई है, ऐ मैल परमात्मा तुसी कट दिओ। गुरु साहिब जी महाराज किरपा करन। समाप्ति का अपना समा हो गया। भुल्लां चुकां दी खिमा। आईयां संगतां दा धन्नवाद। प्रेम दे नाल सारी संगत बुलाए फतेह। वाहिगुरू जी का खालसा, वाहिगुरू जी की फतेह।